ਭਗਤ ਸਦਨਾ ਜੀ ਭਗਤੀ ਕਾਲ ਦੇ ਦੌਰ ਦੇ ਵਿੱਚ ਹੀ ਸਿੰਧ ਪ੍ਰਾਂਤ ਹਾਲ ਪਾਕਿਸਤਾਨ ਦੇ ਵਿੱਚ ਪੈਦਾ ਹੋਏ। ਪੇਸ਼ੇ ਤੋਂ ਆਪ ਕਸਾਈ ਸਨ। ਰੋਜ਼ ਬੱਕਰੇ ਵੱਢ ਕੇ ਉਹਨਾਂ ਦਾ ਮਾਸ ਵੇਚਣਾ ਨਿਤ ਦਾ ਧੰਦਾ ਸੀ। ਇਤਨੀ ਕਠੋਰ ਕਿਰਤ ਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ। ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ, ਇਹਦਾ ਇੱਕ ਪਿਛੋਕੜ ਹੈ। ਕਹਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਤੇ ਉਹਨਾਂ ਨੇ ਮਾਸ ਦੀ ਮੰਗ ਕੀਤੀ, ਥੋੜੇ ਜਿਹਾ ਸ਼ੇਰ 2 ਸ਼ੇਰ। ਤੇ ਸਦਨਾ ਸੋਚੀ ਪੈ ਗਿਆ, ਜੇ ਬੱਕਰਾ ਮੈਂ ਵੱਢਿਆ ਤੇ ਬਾਕੀ ਦਾ ਮਾਸ ਬੇਕਾਰ ਜਾਏਗਾ ਸਵੇਰੇ ਤੱਕ। ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਤੇ ਭਾਈ ਬਾਕੀ ਇਸ ਨੂੰ ਸਵੇਰੇ ਜ਼ਬਾ ਕਰਾਂਗੇ। ਛੁਰਾ ਲੈ ਕੇ ਜੈਸੇ ਬੱਕਰੇ ਦੀ ਲੱਤ ਵੱਢਣ ਵਾਸਤੇ ਗਿਆ, ਇਸੇ ਹੀ ਕਠੋਰਤਾ ਦੇ ਚੋਂ ਦਇਆ ਉਤਪੰਨ ਹੋਈ। ਇਸੇ ਹੀ ਮਹਾਨ ਪੱਥਰ ਦਿਲ ਭਾਵਨਾ ਦੇ ਚੋਂ ਭਗਤੀ ਭਾਵਨਾ ਦਾ ਸੰਗੀਤ ਫੁੱਟਿਆ। ਜ਼ਮੀਰ ਦੀ ਆਵਾਜ਼ ਸਾਰੀ ਰਾਤ ਤੜਪੇਗਾ। ਬੱਕਰਾ ਛੁਰਾ ਹੱਥੋਂ ਗਿਰ ਗਿਆ। ਬਾਦਸ਼ਾਹ ਦੇ ਅਹਿਲਕਾਰਾਂ ਨੂੰ ਕਹਿ ਦਿੱਤਾ, ਅੱਜ ਤੋਂ ਮੈਂ ਕਸਾਈ ਨਹੀਂ, ਹੁਣ ਮੈਂ ਅੱਜ ਤੋਂ ਬੱਕਰੇ ਨਹੀਂ ਵੱਢਿਆ ਕਰਾਂਗਾ। ਅੱਜ ਤੋਂ ਮੈਂ ਆਪਣੇ ਅਹੰਕਾਰ ਨੂੰ ਤੇ ਕਠੋਰ ਨੂੰ ਵੱਢਣਾ ਹੈ। ਅੱਜ ਤੋਂ ਮੈਂ ਆਪਣੇ ਵਿਕਾਰਾਂ ਨੂੰ ਜ਼ਬਾ ਕਰਨਾ ਹੈ। ਅੱਜ ਤੋਂ ਮੈਂ ਆਪਣੇ ਪਾਪਾਂ ਤੇ ਗੁਨਾਹਾਂ ਨੂੰ ਜ਼ਬਾ ਕਰਨਾ ਹੈ। ਮੈਂ ਇਸ ਤਰੀਕੇ ਨਾਲ ਧੰਦਾ ਬਦਲ ਲਿਆ। ਕਦੀ ਵਿਚਾਰ ਕਰੀਏ, ਭਗਤ ਵੀ ਕਸਾਈ ਨੇ, ਪਰ ਉਹ ਆਪਣੇ ਵਿਕਾਰਾਂ ਨੂੰ ਵੱਢਦੇ ਨੇ, ਔਗਣਾਂ ਨੂੰ ਵੱਢਦੇ ਨੇ, ਪਾਪਾਂ ਨੂੰ ਵੱਢਦੇ ਨੇ। ਤੇ ਜੋ ਆਪਣੇ ਪਾਪਾਂ ਨੂੰ ਜ਼ਬਾ ਕਰਨ ਦੇ ਵਿੱਚ ਅਸਮਰਥ ਹੋਇਆ ਹੈ, ਜੋ ਆਪਣੇ ਔਗਣਾਂ ਨੂੰ ਜ਼ਬਾ ਕਰਨ ਦੇ ਵਿੱਚ ਅਸਮਰਥ ਹੋਇਆ ਹੈ, ਕੁਦਰਤੀ ਗੱਲ ਹੈ ਉਹ ਬਾਹਰ ਕਤਲੋ ਗਾਰਤ ਕਰਦਾ ਹੈ, ਉਹ ਬਾਹਰ ਮਾਰ ਕੁਟਾਈ ਕਰਦਾ ਹੈ। ਆਪਣੇ ਆਪ ਨੂੰ ਜ਼ਬਾ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਹੈ, ਜੋ ਵਿਸ਼ੇਸ਼ ਕਿਸਮ ਦੇ ਲੋਹੇ ਨਾਲ ਬਣੀ ਹੋਈ ਹੈ, ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ। ਸੱਚ ਕੀ ਕਾਤੀ ਸੱਚ ਸਭ ਸਾਰ, ਘਾੜਤ ਤਿਸਕੀ ਅਪਰ ਅਪਾਰ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਨੇ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦੇ ਉੱਤੇ ਉਸ ਦੀ ਘਾੜਤ ਹੋਵੇ, ਸੱਚ ਦੀ ਉਸ ਨੂੰ ਪਾਣ ਧਾਰ ਲੱਗੀ ਹੋਈ ਹੋਵੇ। ਸੱਚ ਕੀ ਕਾਤੀ ਸੱਚ ਸਭ ਸਾਰ, ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ, ਉਹਦੀ ਧਾਰ ਸੱਚ ਦੀ ਹੋਵੇ, ਛੁਰਾ ਸੱਚ ਦਾ ਹੋਵੇ। ਤੇ ਐਸਾ ਛੁਰਾ ਜੇ ਚਲਾਈਏ ਆਪਣੇ ਵਿਕਾਰਾਂ ਤੇ, ਐਸਾ ਛੁਰਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰਿਆ ਹੋਇਆ, ਤੋ ਸਾਹਿਬ ਕਹਿੰਦੇ ਤਿਸਕਾ ਕੁੱਠਾ ਹੋਵੇ ਸੇਖ, ਲਹੂ ਲਬ ਨਿਖੱਥਾ ਵੇਖ। ਅਗਰ ਇਸ ਛੁਰੇ ਦਾ ਕੁੱਠਿਆ ਹੋਇਆ ਇਹ ਮਨ ਹੋਵੇ ਤਾਂ ਫਿਰ ਮਨ ਦੇ ਚੋਂ ਸਾਰਾ ਲਹੂ ਨਿਕਲ ਜਾਏਗਾ। ਕਿਹੜਾ? ਲੋਭ ਦਾ, ਵਿਕਾਰ ਦਾ, ਦੁਸ਼ਟਪਣੇ ਦਾ, ਵੈਰ ਵਿਰੋਧ ਦਾ। ਕਿਸੇ ਹੱਦ ਤੱਕ ਇਹ ਸਹੀ ਹੈ ਕਿ ਜੋ ਆਪਣੇ ਮਨ ਨੂੰ ਜ਼ਬਾ ਕਰਨ ਦੇ ਵਿੱਚ ਅਸਮਰਥ ਹੋਏ ਨੇ, ਉਹ ਬਾਹਰ ਜ਼ਬਾ ਕਰਨ ਦਾ ਕੰਮ ਕਰਦੇ ਨੇ। ਜੋ ਆਪਣੇ ਵਿਕਾਰਾਂ ਨੂੰ ਕਤਲ ਨਹੀਂ ਕਰ ਸਕੇ, ਉਹ ਸੰਸਾਰ ਨੂੰ ਕਤਲ ਕਰਨ ਦੀ ਕੋਸ਼ਿਸ਼ ਕਰਦੇ ਨੇ। ਜੋ ਆਪਣੇ ਮਨ ਨੂੰ ਨਹੀਂ ਮਾਰ ਸਕੇ, ਉਹ ਦੁਨੀਆ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ। ਬਾਹਰੋਂ ਕੋਈ ਮਾਰਨ ਦੀ ਕੋਸ਼ਿਸ਼ ਕਰੇ, ਉਹ ਦੁਸ਼ਟ ਹੈ, ਜ਼ਾਲਮ ਹੈ, ਪਾਪੀ ਹੈ। ਪਰ ਕੋਈ ਆਪਣੇ ਮਨ ਨੂੰ, ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ, ਉਹ ਸੰਤ ਹੈ, ਉਹ ਭਗਤ ਹੈ, ਪੂਜਨੀਕ ਹੈ, ਪੁਨੀਤ ਆਤਮਾ ਹੈ। ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇ ਵਿੱਚ ਪੈਦਾ ਹੋਈ, ਜਿਸ ਦਾ ਨਾਮ ਹੈ ਭਗਤ ਸਦਨਾ। ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਿਛੋਕੜ ਇਸਲਾਮੀ ਘਰਾਣੇ ਨਾਲ ਸੰਬੰਧਿਤ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੁਝ ਭਗਤ ਐਸੇ ਨੇ ਜੋ ਮੁਸਲਮਾਨ ਨੇ। ਬਾਬਾ ਫਰੀਦ, ਸਦਨਾ, ਸੈਨ, ਬੀਖਨ ਇਤਿਆਦਿ। ਇਹ ਭਗਤ ਮੁਸਲਮਾਨ ਘਰਾਣਿਆਂ ਨਾਲ ਸੰਬੰਧ ਰੱਖਦੇ ਨੇ, ਲੇਕਿਨ ਜਦ ਖੁਦਾ ਦਾ ਨੂਰ ਅੰਦਰ ਪ੍ਰਗਟ ਹੋਵੇ ਤਾਂ ਮਨੁੱਖ ਇਸ ਭਾਵਨਾ ਤੋਂ ਉੱਚਾ ਉੱਠ ਜਾਂਦਾ ਹੈ, ਕੌਣ ਹਿੰਦੂ, ਕੌਣ ਮੁਸਲਮਾਨ। ਨਾ ਹਮ ਹਿੰਦੂ ਨਾ ਮੁਸਲਮਾਨ, ਅਲ ਹੈ ਰਾਮ ਕੇ ਪਿੰਡ ਪ੍ਰਾਨ। ਇਹ ਸਰੀਰ ਅੱਲਾ ਦਾ ਹੈ, ਇਹ ਪ੍ਰਾਣ ਰਾਮ ਦੇ ਨੇ। ਤੋ ਐਸਾ ਪੁਰਸ਼
ਅੱਲਾ ਦੀ ਧੁਨ ਅਲਾਪਣ ਦੇ ਵਿੱਚ, ਰਾਮ ਦੇ ਗੀਤ ਗਾਣ ਦੇ ਵਿੱਚ ਸੰਕੋਚ ਨਹੀਂ ਕਰੇਗਾ। ਇਹ ਸਾਰੇ ਭਗਤ ਬੜੇ ਫਰਾਗ ਦਿਲ, ਰੋਸ਼ਨ ਜ਼ਮੀਰ, ਰੋਸ਼ਨ ਦਿਮਾਗ ਹੋਏ ਨੇ ਔਰ ਇਹਨਾਂ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਪ ਦਾ ਇੱਕ ਬੜਾ ਹੀ ਪਾਵਨ ਤੇ ਫਿਲਸਫੇ ਨਾਲ ਪੂਰਤ ਇੱਕ ਸ਼ਬਦ ਹੈ, ਜਿਸ ਦੀਆਂ ਅਸਥਾਈ ਪੰਕਤੀਆਂ ਨੇ, ਤਉ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜਮ ਪੁਗ ਗਰਾਸੇ। ਸਾਡੇ ਦੇਸ਼ ਦੇ ਵਿੱਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ ਔਰ ਆਖਿਆ ਸਭ ਕੁਝ ਕਰਮਾਂ ਤੇ ਹੀ ਨਿਬੜਦਾ ਹੈ। ਜੈਸੇ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ। ਭੋਗੇ ਬਿਨਾ ਕਰਮ ਨਾਸ ਨਹੀਂ ਆਉਂਦੇ। ਭਾਰਤ ਦਾ ਧਾਰਮਿਕ ਚਿੰਤਨ, ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ, ਜੇ ਕਰਮ ਕੁਝ ਹੋਇਆ ਹੈ ਤੇ ਭੋਗੇ ਬਿਨਾ ਉਸਨੇ ਨਸਣਾ ਨਹੀਂ। ਜੇ ਕਰਮ ਕੁਝ ਕੀਤਾ ਹੈ ਤਾਂ ਉਹਦਾ ਫਲ ਝੋਲੀ ਦੇ ਚ ਪਾਣਾ ਹੀ ਪਏਗਾ। ਭਗਤ ਸਦਨਾ ਜੀ ਤੋਂ ਚੂੰਕਿ ਕੁਝ ਕਰਮ ਐਸੇ ਹੋਏ ਨੇ, ਕਸਾਈ ਸਨ, ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ, ਜੀਵਾਂ ਨੂੰ ਜ਼ਬਾ ਕਰਦਿਆਂ ਲੰਘਿਆ। ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਕੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪਏਗਾ, ਫਿਰ ਇੱਕ ਖਿਆਲ ਪੈਦਾ ਹੁੰਦਾ ਹੈ, ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ, ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ। ਤੋ ਇੱਕ ਗਿਲੇ ਦੇ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ, ਤਉ ਗੁਣ ਕਹਾ ਜਗਤ ਗੁਰਾ, हे ਜਗਤ ਦੇ ਗੁਰੂ, हे ਜਗਤ ਨੂੰ ਪ੍ਰੇਰਣਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ, ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦਿਆਂ ਹੋਇਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ, ਤੇਰੇ ਵਿੱਚ ਗੁਣ ਕੀ ਹੈ? ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ, ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ? ਤਉ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜਮ ਪੁਗ ਗਰਾਸੇ। ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ, ਗਿੱਦੜ ਝਪਟਾ ਮਾਰ ਕੇ ਨਾਸ਼ ਕਰ ਦੇਵੇ, ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ? ਪ੍ਰਭੂ ਦੀ ਸ਼ਰਨ ਵਿੱਚ ਜਾਈਏ, ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ? ਇਬਾਦਤ ਦਾ ਫਲ ਕੀ ਹੈ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਲੱਖ ਮੜੀਆ ਕਰ ਇਕੱਠੇ, ਏਕ ਰਤੀਲੇ ਭਾਏ, ਲੋਕਾ ਮਤ ਕੋ ਫੱਕੜ ਪਾਏ। ਲੱਖ ਮੜੀਆ ਕਰ ਇਕੱਠੇ, ਏਕ ਰਤੀਲੇ ਭਾਏ। ਐ ਬੰਦੇ ਮਤਾਂ ਕਿਧਰੇ ਭੁਲੇ ਖਿੱਚ ਤੋਂ ਪੈ। ਲੱਖਾਂ ਮਣ ਲੱਕੜੀਆਂ ਇੱਕ ਚਿੰਗਾਰੀ ਨਾਲ ਭਸਮ ਹੋ ਜਾਂਦੀਆਂ ਨੇ। ਰੰਚਕ ਮਾਤਰ ਨਾਮ ਦਾ ਜਾਪ, ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾਪ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ, ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ, ਸਵਾ ਕਰ ਦਿੰਦਾ ਹੈ। ਇਹ ਨਾਮ ਦੀ ਬਰਕਤ ਹੈ, ਇਹ ਨਾਮ ਦੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋ ਭਗਤ ਸਦਨਾ ਜੀ ਮਹਾਰਾਜ ਕਹਿੰਦੇ ਨੇ, ਆਪ ਪੁਰਾਣਕ ਪ੍ਰਸੰਗ ਸਾਹਮਣੇ ਰੱਖਦੇ ਨੇ। ਨਿਰਪ ਕਨਿਆ ਕੇ ਕਾਰਨੇ, ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ, ਵਾਕੀ ਪੈਜ ਸਵਾਰੀ। ਵਿਸ਼ਨੂੰ ਜੈਸੇ ਕਪੜੇ ਪਹਿਨ ਕੇ, ਵਿਸ਼ਨੂੰ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ, ਇੱਕ ਕਾਮਾਰਥੀ ਵਿਸ਼ਨੂੰ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ। ਇੱਕ ਦਿਨ ਗੀਤ ਗਾ ਰਿਹਾ ਸੀ ਪ੍ਰਭੂ ਦੇ, ਜੁੜ ਗਿਆ। ਜੁੜਦਿਆਂ ਹੀ ਪਖੰਡ ਖਤਮ ਹੋ ਗਿਆ, ਜੁੜਦਿਆਂ ਹੀ ਭੇਖ ਉਤਰ ਗਿਆ, ਜੁੜਦਿਆਂ ਹੀ ਖਿਆਲ ਆਇਆ ਜੇ ਮੈਂ ਬਾਹਰੋਂ ਵਿਸ਼ਨੂੰ ਬਣਿਆ ਤੇ ਹੁਣ ਮੈਨੂੰ ਅੰਦਰੋਂ ਬਣਨਾ ਚਾਹੀਦਾ ਹੈ। ਜ਼ਮੀਰ ਦੀ ਆਵਾਜ਼ ਆਈ, ਵਿਸ਼ਨੂੰ ਦਾ ਤੈਂ ਰੂਪ ਬਣਾਇਆ, ਵਿਸ਼ਨੂੰ ਦਾ ਤੇਰੇ ਕੋਲ ਮਨ ਨਹੀਂ ਹੈ। ਦੇਵਤੇ ਦੀ ਤੂੰ ਕਾਇਆ ਬਣਾ ਲਈ, ਪਰ ਦੇਵਤੇ ਵਾਲੀ ਤੇਰੇ ਕੋਲ ਜ਼ਮੀਰ ਨਹੀਂ ਹੈ। ਐਸਾ ਆਤਮਾ ਨੇ ਝੰਜੋੜਿਆ, ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ ਕਈ ਉਹ ਵਿਸ਼ਨੂੰ ਵਰਗਾ ਹੋ ਗਿਆ। ਵਿਸ਼ਨੂੰ ਜੈਸਾ ਪਾਵਨ, ਵਿਸ਼ਨੂੰ ਜੈਸਾ ਪਵਿੱਤਰ। ਤੋ ਭਗਤ ਸਦਨਾ ਜੀ ਕਹਿੰਦੇ ਨੇ, ਕਾਮਾਰਥੀ ਸਵਾਰਥੀ, ਉਤੇ ਕਾਮਨਾ ਨਾਲ ਭਰਿਆ ਹੋਇਆ ਸੀ, ਉਤੇ ਸਵਾਰਥ ਨਾਲ ਭਰਿਆ ਹੋਇਆ ਸੀ, ਉਤੇ ਦੁਨਿਆਵੀ ਪਦਾਰਥਾਂ ਵਿੱਚ ਲਿਬੜਿਆ ਹੋਇਆ ਸੀ। ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ, ਉਹਨੇ ਨਾਮ ਜਪਿਆ ਤੇ हे ਪ੍ਰਭੂ ਤੂੰ ਉਹਨੂੰ ਵੀ ਰਸ ਦੇ ਦਿੱਤਾ, ਤੂੰ ਉਹਨੂੰ ਵੀ ਸਕੂਨ ਦੇ ਦਿੱਤਾ, ਤੂੰ ਉਹਨੂੰ ਵੀ ਚੈਨ ਦੇ ਦਿੱਤਾ। ਨਿਰਪਕਨਿਆ ਕੇ ਕਾਰਨੇ, ਇੱਕ ਭਇਆ ਭੇਖਦਾਰੀ, ਕਾਮਾਰਥੀ ਸਵਾਰਥੀ, ਵਾਕੀ ਪੈਜ ਸਵਾਰੀ। ਤਉ ਗੁਣ ਕਹਾ ਜਗਤ ਗੁਰਾ, ਜੋ ਕਰਮ ਨ ਨਾਸੇ, ਸਿੰਘ ਸਰਨ ਕਤ ਜਾਈਏ, ਜੋ ਜਮ ਪੁਗ ਗਰਾਸੇ।
ਅਗਾਂਹ ਚਲ ਕੇ ਭਗਤ ਸਦਨਾ ਜੀ ਕਹਿੰਦੇ ਨੇ, ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ। ਪਿਆਸਾ ਇੱਕ ਬੂੰਦ ਲਈ ਤੜਪਦਾ ਫਿਰੇ, ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ। ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ, ਭੋਜਨ ਦੀ ਕਦਰ ਭੁੱਖੇ ਨੂੰ ਹੈ, ਕੱਪੜੇ ਦੀ ਕਦਰ ਨੰਗੇ ਨੂੰ ਹੈ, ਔਲਾਦ ਦੀ ਕਦਰ ਬੇ ਔਲਾਦੇ ਨੂੰ ਹੈ, ਤੇ ਇੰਜ ਕਹਿ ਲਈਏ ਪ੍ਰਮਾਤਮਾ ਦੀ ਕਦਰ ਭਗਤ ਨੂੰ ਹੈ, ਜਿਹਦੇ ਅੰਦਰ ਭਗਤੀ ਭਾਵਨਾ ਪੈਦਾ ਹੋਈ ਹੈ। ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ। ਇੱਕ ਬੂੰਦ ਦੀ ਖਾਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁੱਖ ਪ੍ਰਾਪਤ ਕਰੇ, ਹਰ ਪਾਸੇ ਦੁਖੀ ਹੋਵੇ। ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮ ਨਾ ਆਵੇ। ਤੜਪ ਤੜਪ ਕੇ ਉਸਨੇ ਪ੍ਰਾਣ ਦੇ ਦਿੱਤੇ ਨੇ ਤੇ ਹੁਣ ਸਾਗਰ ਉਸ ਨੂੰ ਮਿਲੇ, ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਉਸ ਨੂੰ ਮਿਲਣ, ਕਿਹੜੇ ਕੰਮ ਦੇ। ਦਰਅਸਲ ਸਦਨਾ ਜੀ ਇਹ ਕਹਿ ਦੇਣ ਕਿ ਮੌਕੇ ਉੱਤੇ ਜੋ ਕੰਮ ਸਰਿਆ ਨਹੀਂ, ਬੇਮੌਕੇ ਕੰਮ ਦਾ ਕੀ ਮਤਲਬ। ਪਿਆਸਾ ਤੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ, ਕਿਹੜੇ ਕੰਮ ਦਾ। ਆਮ ਧਾਰਮਿਕ ਦੁਨੀਆ ਵਿੱਚ ਕਿਹਾ ਜਾਂਦਾ ਹੈ ਕਿ ਪਰਮਾਤਮਾ ਦੇ ਘਰ ਦੇਰ ਹੈ, ਅੰਧੇਰ ਨਹੀਂ। ਪਰ ਮੈਂ ਆਪਣੇ ਢੰਗ ਨਾਲ ਸੋਚਿਆ, ਨਹੀਂ, ਦੇਰ ਹੀ ਅੰਧੇਰ ਹੈ। अगर देर हो गई तो फिर अंधेर है, अगर देर हो गई तो निराशा पैदा हो जाती है, अगर देर हो गई तो विश्वास उठ जाता है। मैं ऐसा समझदा परमात्मा दे घर देर भी नहीं। जैसे अग दे च हथ पाईए उसे वक्त हथ सड़दा है, जैसे फुल्लां कोल बैठीए उसे वक्त महक मिलती है, जैसे बर्फानी पहाड़ हिमालय दे कोल बैठीए उसे वक्त ही जो है ठंड मिलती है। इसे तरीके नाल शुभ कर्म करिए उसे वक्त फल मिलता है, अशुभ कर्म करिए उसे वक्त फल मिलता है। शुभ कर्म मनुख नूं खेड़ा देंदा है, सुकून देंदा है, शांति देंदा है, हुलास देंदा है। अशुभ कर्म मन बेचैन कर देंदा है, पीड़ित कर देंदा है, मैला कर देंदा है। इति तत छिन फल है प्रभु दे दरबार दे देर भी नहीं, क्योंकि देर भी अंधेर हो सकती है। जैसे कि श्री सदना जी कहते ने, एक बूंद जल कारने चात्रिक दुख पावे, प्राण गए सागर मिले फुन काम ना आवे। प्राण जो थाके थिर नहीं कैसे बिरमाऊं। बई हुण मेरे प्राण टुटन लगे ने, श्वास टुटन लगे ने, ते तू बोने ना, तू मददगार ना होवे, तू सहायक ना होवे। प्राण जो थाके थिर नहीं कैसे बिरमाऊं, बूढ़ मुए नौका मिले कहो काहे चढ़ाऊं। डुब गया मैं ते हुण तू नौका भेजी है, दस हुण कौन बैठेगा उस नौका ते। डुब गया अगला ते, गर्क होने वाला गर्क हो गया, हुण नौका किहड़े काम दी। दरअसल वक्त सिर प्रभु बोड़दा है, वक्त सिर ही वो सहायक होंदा है। और सतगुरां दी बाणी कहंदी है, अचिंत कम करे प्रभ तिनके जिन हर का नाम प्यारा। जिन्हां नूं हरि दा नाम प्यारा लगदा है, जो हरि नाल जुड़े होए ने, उत्ते मंग भी ना करन तां भी अचनचेत प्रभु उन्हां दे काम सवार छड़दा है, उन्हां दे काम सिरे चाड़ देंदा है। और ऐसा भगतां दा अनुभव है, ऐसा ने भगतां ने अपनी जिंदगी दे विच देखिआ है कि जिस काम बारे सोचिया भी नहीं कि हो सकदा है वो भी हो जाता है। अचिंत कम करे प्रभ तिनके जिन हर का नाम प्यारा। तो भगत सदना जी कहते हैं, प्राण गए सागर मिले फुन काम ना आवे, या डूब मुए नौका मिले कौकाए चढ़ाऊं। मर गए, डुब गए, हुण नौका मिली ते केड़े काम दी। अखीर दे च आप कहते ने, मैं नाही कछ हो नहीं कछ आए न मोरा, अवसर लज्जा राख ले सदना जन तोरा। हे प्रभु समय सिर लज्जा रख ले। वाकई भगतां नूं ते परमात्मा ही जो है लज्जा रखण वाला है, ईश्वर ही उन्हां दी लज्जा रखण वाला है। प्रभु जू तो कैलाज हमारी नीलकंठ नर हर नारायण नील बसन बनवारी। गुरु गोबिंद सिंह जी महाराज कहते, हे प्रभु तू ही मेरी लज्जा रख, तू ही मेरी लज्ज दी पाल कर। तो श्री सदना जी कहते ने, समय सिर मेरी लज्जा रख, समय सिर
मेरा काम कर, वक्त सिर मेरा काम कर। सारी रात मैं तड़पदा रहां रोशनी लई, घर दे च मेरे चानना होवे, दीवा जले ते दीवा ना मुयसर होवे, तेल ना मिल सके, दीवा ना मिल सके, ते सवेरे सूरज चढ़िया ते तू दीवा देवें, किहड़े काम दा? ओ मेरे किस काम दा? दरअसल वक्त सिर जो मदद है ਉਹੀ ਮਦਦ ਹੈ, ਬੇਵਕਤੀ ਮਦਦ ਬੇਮੈਨੀ ਹੋ ਜਾਂਦੀ ਹੈ। ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਦੇ ਵਿੱਚ ਦੇਰ ਹੈ, ਅੰਧੇਰ ਨਹੀਂ, ਦਰਅਸਲ ਬੇਮੈਨੀ ਨੇ। ਅਗਰ ਦੇਰ ਹੋ ਗਈ ਤਾਂ ਫਿਰ ਅੰਧੇਰ ਹੋ ਗਿਆ। ਭਗਤ ਸਦਨਾ ਜੀ ਦੇ ਇਸ ਸ਼ਬਦ ਦੇ ਵਿੱਚ ਇਸ ਤਰ੍ਹਾਂ ਦੇ ਭਾਵ ਪ੍ਰਗਟ ਹੋ ਰਹੇ ਨੇ ਔਰ ਆਪ ਸਾਫ਼ ਕਹਿ ਰਹੇ ਨੇ ਕਿ हे ਪ੍ਰਭੂ, ਜੇ ਕਰਮ ਸਿਧਾਂਤ ਮੇਰੇ ਤੇ ਲਾਗੂ ਹੋਇਆ ਤੇ ਵਾਕਈ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਮੈਂ ਸਮਝਾਂਗਾ ਤੇਰੇ ਚ ਗੁਣ ਕੀ ਹੈ। ਤੋ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੇ। ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਤੇ ਖੜਾ। ਪਰ ਥੋੜਾ ਜਿਹਾ ਸੋਚੀਏ, ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸਨ। ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ, ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ। ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ। ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ ਕਿ ਪਹਿਲੇ ਅੰਡਾ ਸੀ। ਆਖਿਰ ਗੱਲ ਇੱਥੇ ਹੀ ਆਉਂਦੀ ਹੈ, ਨਹੀਂ ਪ੍ਰਭੂ ਇੱਕ ਤੇਰੀ ਲੀਲਾ ਹੈ, ਇੱਕ ਤੇਰਾ ਖੇਲ ਹੈ। ਨਾ ਕਰਮ ਪਹਿਲੇ ਨਾ ਮਨੁੱਖ ਪਹਿਲੇ, ਜੈਸੇ ਤੂੰ ਚਾਹਿਆ ਵੈਸਾ ਜੋ ਹੈ ਸੰਸਾਰ ਸਾਜ ਦਿੱਤਾ ਹੈ ਖੇਲ। ਤੇ ਇਸ ਤੋਂ ਬਾਅਦ ਤੂੰ ਕੁਝ ਵਿਧਾਨ ਬਣਾਏ, ਲੇਕਿਨ ਇਹ ਵਿਧਾਨ ਵੀ ਐਸੇ ਨੇ ਕਿ ਤੇਰੀ ਇੱਕ ਮੌਜ, ਤੇਰੀ ਇੱਕ ਮਸਤੀ। ਅਗਰ ਕੋਈ ਭਗਤ ਪ੍ਰਾਰਥਨਾ ਕਰੇ, ਨਿਮਰਤਾ ਸਹਿਤ ਜੋਦੜੀਆਂ ਕਰੇ, ਤੇ ਤੂੰ ਉਸਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇਣਾ, ਛਿੰਨ ਦੇ ਚ ਉਸਨੂੰ ਚੈਨ ਦੇ ਦੇਣਾ, ਛਿੰਨ ਦੇ ਚ ਉਸਨੂੰ ਸ਼ਾਂਤੀ ਦੇ ਦੇਣਾ। ਤੋ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਵਾਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ ਔਰ ਪਾਠਕ ਜਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ, ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰਿਆ ਹੋਇਆ ਕਲਾਮ ਹੈ। ਉੱਥੇ ਅਨੇਕਾਂ ਭਗਤਾਂ ਦੀਆਂ ਬਾਣੀਆਂ ਨੇ। ਅੱਜ ਤੱਕ ਰੂਹੇ ਜ਼ਮੀਨ ਦੇ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਚ ਅਨੇਕ ਵਿਅਕਤੀ ਬੈਠੇ ਹੋਣ। ਇੱਕੋ ਹੀ ਹੈ, ਇਹਦੇ ਚ ਅਨੇਕ ਵਿਅਕਤੀ ਬੈਠੇ ਨੇ। ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਦੇ ਚ ਮਿਲਦੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਦੇ ਚ ਵੀ ਨਹੀਂ ਨੇ। ਇਹ ਭਗਤ ਵੱਖ-ਵੱਖ ਪ੍ਰਾਂਤਾਂ ਦੇ ਨੇ ਤੇ ਵੱਖ-ਵੱਖ ਭਾਸ਼ਾਵਾਂ ਦੇ ਚ ਪ੍ਰਭੂ ਦੇ ਗੀਤ ਗਾਉਂਦੇ ਨੇ, ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤੱਸਬੀ ਨਹੀਂ ਹੋ ਸਕਦਾ, ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ ਉਹ ਗੋਬਿੰਦ ਗੋਬਿੰਦ ਕਹਿਣ ਤੇ ਮਜਬੂਰ ਹੋਵੇਗਾ। ਨਾਮਦੇਵ ਨੂੰ ਪੜ੍ਹੇਗਾ ਤੇ ਉਹਦੀ ਰਸਨਾ ਚੋਂ ਨਿਕਲੇਗਾ ਈਬੇ ਬੀਠਲ ਉਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਥਾਨ ਥਨੰਤਰ ਪ੍ਰਣਵੇ ਨਾਮਾ, ਪੂਰ ਰਹੋ ਤੂੰ ਸਰਬ ਮਹੀ। ਔਰ ਇਸੇ ਤਰੀਕੇ ਨਾਲ ਜਦ ਕਬੀਰ ਨੂੰ ਪੜ੍ਹੇਗਾ तो फिर ਉਹ ਸਤਨਾਮ ਦਾ ਰਟਨ ਕਰੇਗਾ। ਗਰਜ ਕੇ ਇਹ ਸਾਰੇ ਭਗਤ ਵੱਖ-ਵੱਖ ਨਾਮਾਂ ਨੂੰ ਜਪਦੇ ਨੇ, ਵੱਖ-ਵੱਖ ਬੋਲੀਆਂ ਬੋਲਦੇ ਨੇ, ਵੱਖ-ਵੱਖ ਇਹਨਾਂ ਦਾ ਚਿੰਤਨ ਹੈ, ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ, ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀਤ। ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ, ਬਸ ਗੁਰੂ ਨਾਨਕ ਦਾ ਇਹੀ ਆਈ ਪੰਥ ਹੈ, ਇਹੀ ਸਿਰਮੌਰ ਪੰਥ ਹੈ। ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਕਰਕੇ ਦਿਖਾਇਆ। ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ, ਆਪ ਇਹਨਾਂ ਭਗਤਾਂ ਦੇ ਨਾਲ ਚੱਲ ਰਹੇ ਨੇ। ਜਦ ਕਦੀ ਸੰਸਾਰ ਵਿੱਚ ਐਸਾ ਖਿਆਲ ਪੈਦਾ ਹੋਇਆ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ, ਕਿਉਂਕਿ ਚਿੰਤਕ ਐਸਾ ਕਹਿ ਰਹੇ ਨੇ ਕਿ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਣੀ ਚਾਹੀਦੀ ਹੈ ਤਾਂ ਕਿ ਦੁਨੀਆ ਦੇ ਖੂਨ ਖਰਾਬਾ ਬੰਦ ਹੋਵੇ। ਤੇ ਚਲੋ ਮੰਨ ਲੈਂਦੇ ਆ ਸਾਰੀ ਦੁਨੀਆ ਦੀ ਰਾਜਨੀਤੀ ਇੱਕ ਹੋਵੇ, ਲੇਕਿਨ ਖੂਨ ਖਰਾਬੇ ਵੱਖ-ਵੱਖ ਧਰਮਾਂ ਕਰਕੇ ਵੀ ਹੋਏ ਨੇ, ਵੱਖ-ਵੱਖ ਮਜ਼ਹਬਾਂ ਕਰਕੇ ਵੀ ਹੋਏ ਨੇ। ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ, ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਤੋ ਗ੍ਰੰਥ ਉਹੀ ਕਸੌਟੀ ਤੇ ਪੂਰਾ ਉਤਰੇਗਾ ਜਿਹਦੇ ਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ,
ਜਿਹਦੇ 'ਚ ਅੱਲਾ ਦੇ ਗੀਤ ਹੋਣ, ਜਿਹਦੇ 'ਚ ਰਾਮ ਦੀ ਧੁਨ ਹੋਵੇ, ਜਿਹਦੇ 'ਚ ਮਧੂਸੂਦਨ ਦਾ ਵੀ ਜ਼ਿਕਰ ਹੋਵੇ, ਜਿਹਦੇ 'ਚ ਮਾਧੋ ਦੇ ਵੀ ਗੀਤ ਹੋਣ, ਔਰ ਜਿਹਦੇ 'ਚ ਵਾਹਿਗੁਰੂ ਦੀ ਸਿਫਤੋ ਸਲਾਹ ਹੋਵੇ, ਜਿਹਦੇ 'ਚ ਕਰਤਾਰ ਦੀ ਵੀ ਧੁਨੀ ਹੋਵੇ, ਗਰਸ ਕੇ ਅਨੰਤ ਨਾਮ ਹੋਵਨ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। तो इस सिद्धांतिक कसौटी दे उत्ते गुरु ग्रंथ साहब जी महाराज पूरे उतरते हैं। गुरु ग्रंथ साहब जी महाराज ने उन्हां भगतां नूं अपने विच थां दित्ती है जिन्हां भगतां ने धंधे नूं धर्म बना दिता सी। कबीर करदे ते धंधा ने, पर उन्हां दे धंधे दे चों धर्म दी सुगंधी है। नामदेव करदे ते धंधा ने कपड़ियां नूं छिंबण दा, पर उन्हां दे धंधे दे चों धर्म दी महक है। इसे तरीके दे नाल रविदास करदे ते धंधा ने जुतियां गंढणा, पर उन्हां दे धंधे दे चों भी धर्म दी ते मिलनसारी दी खुशबू है, सुगंधी है। इसे तरीके नाल श्री सदना जी करदे ते धंधा ने, कसाई ने मांस वेचना इन्हां दा धंधा है, पर यह धंधा भी धर्म बन गया। कसाई दे धंधे दे चों भी कोमलता पैदा हो जाए, एक अजूबा है। भगत दी सोचनी नूं जो है दाद देनी पैगी। धार्मिक मंदिर दे च बैठदे होया जे मनुख दे अंदर कोमलता नहीं पैदा हुई ते कहना पएगा कि इस बंदे दा हिरदा बहुत कठोर है। ते कसाई दी दुकान दे उत्ते मांस वेचदे होया जिहदे अंदर कोमलता पैदा होएगी, समझ लेना चाहिए कि यह बंदा अत्यंत सूक्ष्म सोचने वाला है। इहदी बुद्ध बारीक है ते जिहदी आत्मा ना द्रवे ਉਹਨੂੰ परमात्मा दा मिलाप बड़ा औखा है। अनक जतन करे आत्म नहीं दरवे, हर दरगे को कैसे गवे। जिहदी आत्मा द्रवी नहीं, जिहदी आत्मा कोमल नहीं हुई, जिहदा मन अजे तक ठोस है, उस लई परमात्मा दी प्राप्ति करनी बड़ी कठिन है, बहुत कठिन है। कई दफा देखण दे आ आउंदा है कि बड़े बड़े धर्मात्मा बंदे भी कसाई ने, दूसरे ਨੂੰ चोट पहुंचाण लगिया संकोच नहीं करते, चाहे वह चोट जहनी होवे, शरीरक होवे, आर्थिक होवे, किसी भी तरीके दी होवे, चोट पहुंचाण तो बाज नहीं आउंदे। और ऐसा दिसदा है ये बड़े बड़े धार्मिक भी कसाई ने, पर सदना कसाई होंदा होया भी भगत है, वो कसाई होंदा होया भी धार्मिक है। वो बाहरों ते पेश च कसाई सी, पर अंदरों हिरदा उसका अत्यंत कोमल मिलनसारी दे जज्बियां नाल भरिया होया, प्रभु गीत दे नाल जो है भरिया होया। ये भगत प्रेरणा दे रहे ने कि कोई भी पेशा होवे, कोई भी किरत होवे, परमात्मा दी प्राप्ति दे बाधा नहीं बनती। चाहे वह किरत कपड़े बुनना होवे, चाहे वह किरत जुतियां गणना होवे, चाहे वह किरत मांस वेचना होवे, ते चाहे वह किरत कपड़ियां नूं छींबना होवे, चाहे वह किरत दुकानदारी दी होवे, कोई भी किरत कीर्ति दे च बाधा नहीं खड़ी करती। कोई भी धंधा धर्म दे च दीवार नहीं है। ये एक बहाना है जिहड़े कहंदे ने की करिए, धंधे तो वेल मिले ते धार्मिक बणीए। की करिए, कम धंधियां तो ही वेल नहीं मिलदी, किवें भजन करिए, किवें बंदगी करिए। और वो कहंदे ने धंधा दीवार दी तरह खड़ा हो गया। ते भगत कहंदे ने धंधे नूं ही धर्म बना लो, धंधे नूं ऐसा समझो कि ये प्रभु दी तरफों दित्ती हुई सेवा है। सेवा करने धंधा सेवा बन सकता है, रोटी ते हर एक ने खानी है। तो जब धंधे दे भी कोई ऐसी भावना जोड़ लेंदा है कि मैं कपड़े बुन लिया और ये सेवा कर रहा, जगत दा नंगेज टकना है, जगत दे पैरां च जुत्ती पवानी है, जगत नूं सुख देने ने, जगत नूं आराम देना है धंधे दे राहीं, तो धंधा भी धर्म बन जाता है। ते धार्मिक मनुखां तो भी जे किसी नूं चोट पहुंचे तो ऐसा धर्म भी वास्तविक धंधा है, उहदे च धंधे दी जो है बदबू है। भगत सदना जी धंधियां दे चों बड़ा कठोर धंधा करदे ने। अमृत वेले उठ के 2-4 बकरे रोज ज़बा करने ते सारा दिन मांस वेचना। पर कमाल दी गल इस धंधे दे चों भी धर्म दी इतनी उज्जवल महक पैदा हुई। आपने सिंध प्रांत दे थां थां ते भरमण करके लोगां नूं खुदा दे नाल जोड़िया, जीवां नूं परमात्मा दी धुन दे नाल जोड़िया। जद एक फुल खिड़ पैंदा है, महक वंडण लग पैंदा है। जद एक दीवा जल पैंदा है, रोशनी वंडण लग पैंदा है। जद किसी हिरदे दे आत्म प्रकाश हो जांदा है, वो चानना वंदन लग पैंदा है, वो सुख चैन वंडण लग पैंदा है, वो आनंद वंडण लग पैंदा है। और ये वंडना उस तो सुते सुत होंदा है, अपने आप होंदा है। जैसे फुल दे चों सुगंधी दा निकलना, दरअसल उस दे च महक दा अदक होना है।
इस वास्ते डुल डुल के वो बाहर पई पैंदी है। भगत दा हिरदा इतना आनंद नाल भर जांदा है, इतना गुणा नाल भर जांदा है, इतना शांति ते चैन नाल भर जांदा है कि वो डुल डुल के बाहर पैंदा है। सदना जी भगती भाव दे च ऐसे लीन होए और अध्यात्मक गुणा नाल ऐसे भरपूर होए, ਥਾਂ ਥਾਂ ਤੇ ਭਰਮਨ ਕਰਕੇ ਇਨ੍ਹਾਂ ਹੀ ਗੁਣਾਂ ਨੂੰ ਵੰਡਦੇ ਰਹੇ। ਇਸੀ ਸੱਚੀ ਦੌਲਤ ਨੂੰ ਵੰਡ ਵੰਡ ਕੇ ਜਗਤ ਨੂੰ ਅਕਾਲ ਪੁਰਖ ਦੇ ਨਾਲ ਜੋੜਦੇ ਰਹੇ। ਅਨੇਕਾਂ ਭਗਤਾਂ ਦੇ ਚੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਇੱਕ ਇਹ ਸਦਨਾ ਕਸਾਈ ਪੇਸ਼ੇ ਦੇ ਚ ਇਹ ਵੀ ਭਗਤ ਹੈ। ਇਸ ਦਾ ਵੀ ਕਲਾਮ ਹੈ ਔਰ ਇਸ ਦਾ ਕਲਾਮ ਵੀ ਰਹਿੰਦੀ ਦੁਨੀਆ ਤੱਕ ਅਧਿਆਤਮਕ ਸ਼ਾਂਤੀ ਵੰਡਦਾ ਰਹੇਗਾ।